एज अ जुडिशियल मैजिस्ट्रेट फस्ट क्लास जी हुणे जॉब करनी है। ਇਹਦੇ ਵਿੱਚ ਇਹ ਕਿ ਮੈਂ ਬਤੌਰ ਸਰਕਾਰੀ ਵਕੀਲ ਵੀ ਕੰਮ ਕੀਤਾ, ਉਸ ਤੋਂ ਪਹਿਲਾਂ ਮੈਂ ਡਿਫੈਂਸ ਦੇ ਵਿੱਚ ਵੀ ਸਿੰਪਲ ਵਕੀਲ ਦੇ ਤੌਰ ਤੇ ਵੀ ਕੰਮ ਕੀਤਾ, ਔਰ ਤੀਸਰਾ ਜਿਹੜਾ ਹੁਣ ਮੁਕਾਮ ਜਸਟਿਸ ਦੇ ਰਿਲੇਟਡ ਹੀ ਹੈ ਜੌਬ, ਉਹ ਹੈ ਐਜ਼ ਅ ਜੁਡੀਸ਼ੀਅਲ ਮੈਜਿਸਟ੍ਰੇਟ ਦਾ। ਇਹਦੇ 'ਚ ਇਹ ਕਿ ਥੋੜ੍ਹੀ ਜਿਹੀ ਡਿਊਟੀਜ਼ ਆਈ ਬਿਲੀਵ ਤੁਹਾਡੀਆਂ ਵੱਧ ਜਾਂਦੀਆਂ, ਤੁਹਾਡੀਆਂ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਜਾਂਦੀਆਂ, ਬਿਕੋਜ਼ ਇੱਥੇ ਤੁਸੀਂ ਫੈਸਲਾ ਸੁਣਾਉਣਾ, ਔਰ ਕਿਸੇ ਨਾ ਕਿਸੇ ਦੀ ਲਾਈਫ ਨੂੰ ਹਰ ਫੈਸਲਾ ਅਫੈਕਟ ਕਰਦਾ ਹੈ। ਚਾਹੇ ਕਈ ਵਾਰੀ ਮੈਟਰਸ ਬਹੁਤ ਛੋਟੇ ਛੋਟੇ ਅਮਾਊਂਟ ਦੇ ਇਨਵੋਲਵਡ ਹੁੰਦੇ ਆ, ਪਰ ਉਸ ਵਿਅਕਤੀ ਲਈ ਉਸ ਚੀਜ਼ ਦੀ ਕੀ ਵੈਲਿਊ ਹੈ ਤੁਹਾਨੂੰ ਇਹ ਸਮਝਣਾ ਪੈਂਦਾ। ਤਾਂ ਇਸ ਲਈ ਮੈਨੂੰ ਲੱਗਦਾ ਥੋੜ੍ਹੀ ਜ਼ਿੰਮੇਵਾਰੀ ਜ਼ਿਆਦਾ ਵਧੇਗੀ, ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਅੱਛਾ ਤੋਂ ਅੱਛਾ ਕੰਮ ਕੀਤਾ ਜਾਏ। ਲੀਗਲ फील्ड च सी शुरू तो ही सारे जने, और सिस्टर्स तो मोटिवेशन मिली, वाइफ भी शी इज़ ऑल्सो जुडिशियल ऑफिसर, फादर मेरे सीनियर लॉयर ने, और मदर मेरे शी इज़ MA BEd, बट ਹੁਣ ਉਹ ਵੀ ਕਾਫੀ ਹੱਦ ਤੱਕ ਵਕੀਲ ਹੀ ਬਣ ਚੁੱਕੇ ਹੈ, ਬਿਕੋਜ਼ ਇੰਨਾ ਜ਼ਿਆਦਾ ਵਕਾਲਤ ਦਾ ਐਟਮੋਸਫੇਅਰ 'ਚ ਰਹਿ ਕੇ। ਤਾਂ ਇਹਨਾਂ ਸਾਰਿਆਂ ਦਾ ਹੀ ਜਿਹੜਾ ਔਰਾ ਸੀ ਇੰਨਾ ਪੋਜ਼ੀਟਿਵ ਰਿਹਾ ਕਿ ਮੈਂ ਫਿਰ ਹੋਰ ਐਫਰਟਸ ਕੀਤੇ, ਔਰ ਫਾਈਨਲੀ ਮੇਰਾ ਐਗਜ਼ਾਮ ਕਲੀਅਰ ਹੋ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਮੈਂ ਹਾਂ ਮਨਪ੍ਰੀਤ ਕੌਰ। ਅੱਜ ਅਸੀਂ ਇੱਕ ਅਜਿਹੇ ਪਰਿਵਾਰ ਦੇ ਵਿੱਚ ਬੈਠੇ ਹਾਂ ਜਿਹਦੇ 4 ਮੈਂਬਰ ਜੱਜ ਬਣ ਚੁੱਕੇ ਨੇ, ਤੇ ਤੁਹਾਡੀ ਮੁਲਾਕਾਤ ਅਸੀਂ ਕਰਵਾਉਣ ਜਾ ਰਹੇ ਹਾਂ ਮਿਸਟਰ ਕੇਸ਼ਵ ਅਗਨੀਹੋਤਰੀ ਹੋਣਾ ਦੇ ਨਾਲ, ਜਿਨ੍ਹਾਂ ਨੇ ਹੁਣੇ ਹੀ ਆਪਣੀ ਜਸਟਿਸ ਦੀ ਪੜ੍ਹਾਈ ਨੂੰ ਪੂਰਾ ਕੀਤਾ ਹੈ। ਸੋ ਜੇਕਰ ਗੱਲਬਾਤ ਕਰੀਏ ਇਹਨਾਂ ਦੇ ਫਾਦਰ ਸਾਹਿਬ ਦੇ ਬਾਰੇ, ਤੇ ਇਹਨਾਂ ਦੇ ਫਾਦਰ ਸਾਹਿਬ ਐਡਵੋਕੇਟ GK ਅਗਨੀਹੋਤਰੀ ਜੀ, ਜੋ ਕਿ ਜਲੰਧਰ ਬਾਰ ਐਸੋਸੀਏਸ਼ਨ ਦੇ 5 ਵਾਰ ਪ੍ਰਧਾਨ ਰਹਿ ਚੁੱਕੇ ਨੇ, ਪ੍ਰੈਜ਼ੀਡੈਂਟ ਰਹਿ ਚੁੱਕੇ ਨੇ। ਸੋ ਕੇਸ਼ਵ ਜੀ ਸਾਡੇ ਨਾਲ ਮੌਜੂਦ ਨੇ, ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਸਰ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਫॉर योर ਵਿਸ਼ੇਸ। ਤੇ ਸਭ ਤੋਂ ਪਹਿਲਾਂ ਸਵਾਲ ਆਉਂਦਾ ਕਿ ਬਤੌਰ ਸਰਕਾਰੀ ਵਕੀਲ ਤੁਸੀਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹੋ, ਸੋ ਹੁਣ ਜਸਟਿਸ ਕੇਸ਼ਵ ਅਗਨੀਹੋਤਰੀ ਬਣ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ, ਕੀ ਫੀਲਿੰਗ ਹੈ? ਮੈਂ ਐਜ਼ ਅ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਜਿਹੜੀ ਹੁਣੇ ਜੌਬ ਕਰਨੀ ਹੈ, ਇਹਦੇ ਵਿੱਚ ਇਹ ਕਿ ਮੈਂ ਬਤੌਰ ਸਰਕਾਰੀ ਵਕੀਲ ਵੀ ਕੰਮ ਕੀਤਾ, ਉਸ ਤੋਂ ਪਹਿਲਾਂ ਮੈਂ ਡਿਫੈਂਸ ਦੇ ਵਿੱਚ ਵੀ ਸਿੰਪਲ ਵਕੀਲ ਦੇ ਤੌਰ 'ਤੇ ਵੀ ਕੰਮ ਕੀਤਾ, ਔਰ ਤੀਸਰਾ ਜਿਹੜਾ ਹੁਣ ਮੁਕਾਮ ਜਸਟਿਸ ਦੇ ਰਿਲੇਟਡ ਹੀ ਹੈ ਜੌਬ, ਉਹ ਹੈ ਐਜ਼ ਅ ਜੁਡੀਸ਼ੀਅਲ ਮੈਜਿਸਟ੍ਰੇਟ ਦਾ। ਇਹਦੇ 'ਚ ਇਹ ਕਿ ਥੋੜ੍ਹੀ ਜਿਹੀ ਡਿਊਟੀਜ਼ ਆਈ ਬਿਲੀਵ ਤੁਹਾਡੀਆਂ ਵੱਧ ਜਾਂਦੀਆਂ, ਤੁਹਾਡੀਆਂ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਜਾਂਦੀਆਂ, ਬਿਕੋਜ਼ ਇੱਥੇ ਤੁਸੀਂ ਫੈਸਲਾ ਸੁਣਾਉਣਾ, ਔਰ ਕਿਸੇ ਨਾ ਕਿਸੇ ਦੀ ਲਾਈਫ ਨੂੰ ਹਰ ਫੈਸਲਾ ਅਫੈਕਟ ਕਰਦਾ ਹੈ। ਚਾਹੇ ਕਈ ਵਾਰੀ ਮੈਟਰਸ ਬਹੁਤ ਛੋਟੇ ਛੋਟੇ ਅਮਾਊਂਟ ਦੇ ਇਨਵੋਲਵਡ ਹੁੰਦੇ ਆ, ਪਰ ਉਸ ਵਿਅਕਤੀ ਲਈ ਉਸ ਚੀਜ਼ ਦੀ ਕੀ ਵੈਲਿਊ ਹੈ ਤੁਹਾਨੂੰ ਇਹ ਸਮਝਣਾ ਪੈਂਦਾ। ਤਾਂ ਇਸ ਲਈ ਮੈਨੂੰ ਲੱਗਦਾ ਥੋੜ੍ਹੀ ਜ਼ਿੰਮੇਵਾਰੀ ਜ਼ਿਆਦਾ ਵਧੇਗੀ, ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਅੱਛਾ ਤੋਂ ਅੱਛਾ ਕੰਮ ਕੀਤਾ ਜਾਏ। ਸੋ ਸਰ, ਹੋਰ ਵੀ ਕਾਫੀ ਕਰੀਅਰ ਓਪਰਚੁਨਿਟੀਜ਼ ਹੋਣਗੀਆਂ ਤੁਹਾਡੇ ਸਾਹਮਣੇ, ਤੁਸੀਂ ਇਹਨੂੰ ਹੀ ਕਿਉਂ ਚੁਣਿਆ? ਬੇਸਿਕਲੀ ਮੈਂ ਖੁਦ ਨੂੰ ਐਨਾਲਾਈਜ਼ ਕੀਤਾ ਕਿ ਜਿਹੜੀ ਲਾਅ ਦੀ ਫੀਲਡ ਹੈ, ਇਹਦੇ 'ਚ ਮੈਂ ਅੱਛਾ ਪਰਫਾਰਮ ਕਰਦਾ, ਬਿਕੋਜ਼ ਇੱਥੇ ਮੈਨੂੰ ਕੰਮ ਨਹੀਂ ਲੱਗਦਾ, ਮਜ਼ਾ ਆਉਂਦਾ ਸੀ। ਕੇਸ ਲਾਅਸ ਪੜ੍ਹਨੇ ਦਾ ਮਜ਼ਾ ਹੀ ਆ ਰਿਹਾ, ਤਾਂ ਮੈਨੂੰ ਇੱਦਾਂ ਲੱਗਦਾ ਸੀ ਕਿ ਇਹ ਤਾਂ ਇੱਕ ਤਰ੍ਹਾਂ ਸਟੋਰੀਜ਼ ਹੈ। ਤਾਂ ਇਸ ਕਰਕੇ ਮੈਂ ਇਸੇ ਫੀਲਡ 'ਚ ਲੱਗਾ ਕਿ ਇੱਥੇ ਜ਼ਿਆਦਾ ਤਰੱਕੀ ਹੋ ਸਕਦੀ ਹੈ, ਇੱਥੇ ਹੀ ਕਰਨਾ ਚਾਹੀਦਾ। ਕੁਝ ਫੈਮਿਲੀ ਦਾ ਐਟਮੋਸਫੇਅਰ ਸ਼ੁਰੂ ਤੋਂ ਇਹੀ ਰਿਹਾ ਕਿ ਲੀਗਲ ਫੀਲਡ 'ਚ ਸੀ ਸ਼ੁਰੂ ਤੋਂ ਹੀ ਸਾਰੇ ਜਣੇ, ਔਰ ਸਿਸਟਰਸ ਤੋਂ ਮੋਟੀਵੇਸ਼ਨ ਮਿਲੀ। ਦੋਨੋਂ ਸਿਸਟਰਸ ਮੇਰੀਆਂ ਸੀਨੀਅਰ ਜੱਜਿਸ ਹੈਗੀਆਂ ਮੇਰੇ ਤੋਂ, ਇੱਕ ਮੇਰੀ ਸਿਸਟਰ 2010 ਬੈਚ ਦੀ ਹੈ, ਦੂਸਰੀ ਮੇਰੀ ਸਿਸਟਰ ਹੈ, ਉਹ ਵੀ ਇਸ ਟਾਈਮ ਐਜ਼ ਅ ਜੱਜ ਉੱਥੇ ਬਲਾਚੌਰ ਜੌਬ ਕਰ ਰਹੀ ਹੈ। ਮੇਰੀ ਵਾਈਫ ਵੀ, ਸ਼ੀ ਇਜ਼ ਆਲਸੋ ਜੁਡੀਸ਼ੀਅਲ ਆਫਿਸਰ, ਫਾਦਰ ਮੇਰੇ ਸੀਨੀਅਰ ਲਾਇਰ ਨੇ, ਔਰ ਮਦਰ ਮੇਰੇ ਸ਼ੀ ਇਜ਼ MA BEd, ਬਟ ਹੁਣ ਉਹ ਵੀ ਕਾਫੀ ਹੱਦ ਤੱਕ ਵਕੀਲ ਹੀ ਬਣ ਚੁੱਕੇ ਹੈ, ਬਿਕੋਜ਼ ਇੰਨਾ ਜ਼ਿਆਦਾ ਵਕਾਲਤ ਦਾ ਐਟਮੋਸਫੇਅਰ 'ਚ ਰਹਿ ਕੇ। ਤਾਂ ਇਹਨਾਂ ਸਾਰਿਆਂ ਦਾ ਹੀ ਜਿਹੜਾ ਔਰਾ ਸੀ ਇੰਨਾ ਪੋਜ਼ੀਟਿਵ ਰਿਹਾ ਕਿ ਮੈਂ ਫਿਰ ਹੋਰ ਐਫਰਟਸ ਕੀਤੇ, ਔਰ ਫਾਈਨਲੀ ਮੇਰਾ ਐਗਜ਼ਾਮ ਕਲੀਅਰ ਹੋਇਆ। ਜੀ, ਕੁਆਲੀਫਿਕੇਸ਼ਨ ਵਗੈਰਾ ਸਰ ਤੁਸੀਂ ਕਿੱਥੋਂ ਆਪਣੀ ਕੰਪਲੀਟ ਕੀਤੀ? ਮੈਮ LLB ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੈ ਜੀ, ਲੱਦੇਵਾਲੀ ਰੀਜਨਲ ਸੈਂਟਰ ਤੋਂ, ਔਰ LLM ਜਿਹੜੀ ਮਾਸਟਰ ਸੀ ਉਹ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਸੀ। ਜੀ, ਸੋ ਸਰ ਇਹ ਵੀ ਪਤਾ ਲੱਗਾ ਕਿ ਤੁਸੀਂ ਬੋਡੀ ਲਿਫਟਿੰਗ ਮਤਲਬ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਹੋ, ਅਤੇ ਤੁਸੀਂ ਉੱਧਰ ਵਾਲੀ ਸਾਈਡ 'ਤੇ ਆਪਣਾ ਕਰੀਅਰ ਕਿਉਂ ਨਹੀਂ ਚੂਜ਼ ਕੀਤਾ? ਮੈਨੂੰ ਲੱਗਦਾ ਕਿ ਜਿਹੜੀ ਐਕਚੁਅਲੀ ਜਿਹੜੀ ਬੋਡੀ ਬਿਲਡਿੰਗ ਹੈ, ਇਟ ਇਜ਼ ਅ ਗੁੱਡ ਥਿੰਗ, ਬਟ ਮੈਂ ਖੁਦ ਨੂੰ ਐਨਾਲਾਈਜ਼ ਕੀਤਾ ਕਿ ਅਗਰ ਇਫ ਆਈ ਹੈਵ ਟੂ ਕਲਾਈਮ ਦ ਲੈਡਰ ਆਫ ਸਕਸੈਸ, ਤਾਂ ਈਜ਼ੀਐਸਟ ਵੇ ਇਜ਼ ਟੂ ਗੋ ਥਰੂ ਐਨ ਐਗਜ਼ਾਮੀਨੇਸ਼ਨ, ਬਿਕੋਜ਼ ਐਜ਼ ਅ ਸਪੋਰਟਸ ਪਰਸਨ ਤੁਹਾਨੂੰ ਕੁਛ ਬੈਨੀਫਿਟਸ ਜ਼ਰੂਰ ਮਿਲਦੇ ਆ, ਬਟ ਉਹ ਇੱਕ ਬਹੁਤ ਹੀ ਨਾ ਲੰਬਾ ਸੀਗਾ ਜਿਹੜਾ ਰਸਤਾ ਉਹਦਾ, ਔਰ ਉਹਦੇ ਨਾਲ ਐਗਜ਼ਾਮੀਨੇਸ਼ਨ ਵਾਜ਼ ਕੁਆਇਟ ਐਨ ਈਜ਼ੀ ਵਨ, ਔਰ ਮੈਂ ਖੁਦ ਨੂੰ ਐਨਾਲਾਈਜ਼ ਕੀਤਾ, ਮੈਨੂੰ ਲੱਗਾ ਕਿ ਐਗਜ਼ਾਮ ਦੇ ਥਰੂ ਆਈ ਕੈਨ ਐਕਸੈਲ ਮੋਰ। ਬਟ ਹਾਂ, ਇਹ ਜ਼ਰੂਰ ਹੈ ਕਿ ਮੈਨੂੰ ਲੱਗਦਾ ਹੈ ਕਿ ਕੋਈ ਵੀ ਤੁਸੀਂ ਅੱਛੀ ਹੈਲਦੀ ਐਕਟੀਵਿਟੀ ਕਰਦੇ ਹੋ, ਮੈਨੂੰ ਲੱਗਦਾ ਕਿ ਉਹਨਾਂ ਬ੍ਰੇਨ ਦੀ ਫੰਕਸ਼ਨਿੰਗ ਹੋਰ ਅੱਛੀ ਹੁੰਦੀ ਹੈ,
ਔਰ ਤੁਹਾਡੀ ਜਿਹੜੀ ਇੰਬਾਈਬ ਕਰਨ ਦੀ ਨੌਲੇਜ, ਤੁਹਾਡੀ ਫੋਕਸ ਹੈ ਉਹ ਜ਼ਿਆਦਾ ਬਣਦੀ। ਈਵਨ ਡਿਊਰਿੰਗ ਮੇਰਾ ਜਿਹੜਾ ਐਗਜ਼ਾਮੀਨੇਸ਼ਨ ਦੇ 1-2 ਦਿਨ ਪਹਿਲਾਂ ਵੀ ਕੋਈ ਇੱਦਾਂ ਦਾ ਦਿਨ ਨਹੀਂ ਗਿਆ ਜਦੋਂ ਮੈਂ ਆਪਣੀ ਮੇਰੀ ਜਿਹੜੀ ਫੇਵਰੇਟ ਹੌਬੀ ਹੈ ਦੈਟ ਇਜ਼ ਬੋਡੀ ਬਿਲਡਿੰਗ ਔਰ ਵੀ ਕੈਨ ਸੇ ਲਿਫਟਿੰਗ ਵੇਟਸ, ਤਾਂ ਉਹ ਮੈਂ ਜ਼ਰੂਰ ਕਰਦਾ ਰਿਹਾ ਔਰ ਉਹਦੇ ਨਾਲ ਮੈਂ ਬੜਾ ਸਟ੍ਰੈਸ ਫਰੀ ਰਿਹਾ। ਕਦੀ ਪ੍ਰੈਸ਼ਰ ਨਹੀਂ ਬਣਿਆ ਕਿ ਕੱਲ ਪੇਪਰ ਆਇਆ ਕੁਛ ਹੈ। ਬਟ ਅੱਛੀ ਹੈਲਥ ਆਈ ਥਿੰਕ ਕੀ ਟੂ ਸਕਸੈਸ ਤਾਂ ਉਹੀ ਹੈ। ਬਿਲਕੁਲ ਕਿਹਾ ਜਾਂਦਾ ਕਿ ਜਦੋਂ ਇਨਸਾਨ ਕੋਈ ਨਾ ਕੋਈ ਮੁਕਾਮ ਹਾਸਿਲ ਕਰਨ ਵੱਲ ਜਾਂਦਾ ਹੈ ਕਿਸੇ ਨਾ ਕਿਸੇ ਤੋਂ ਪ੍ਰੇਰਿਤ ਜ਼ਰੂਰ ਹੁੰਦਾ। ਕੀ ਇਹੋ ਜਿਹੀ ਚੀਜ਼ ਜਾਂ ਕਿਹੜਾ ਇਹੋ ਜਿਹਾ ਸ਼ਖਸ ਹੈ ਜਿਹੜਾ ਤੁਹਾਡੀ ਜ਼ਿੰਦਗੀ 'ਚ ਸੋਰਸ ਆਫ ਇੰਸਪੀਰੇਸ਼ਨ ਬਣਿਆ ਤੁਹਾਡੇ ਲਈ? मेरे मदर और फादर दोनों ने बहुत ज़्यादा मेहनत की है और मेरे फादर साहब ने 1980s प्रैक्टिस शुरू की एज अ लॉयर। तो मैं उन्होंने शुरू तो उन्होंने मतलब हार्ड वर्क देखता आया, तो मैंने लगता सी कि वो इन्नी मेहनत कर रहे हैं जस्ट बिकॉज उन्होंने ऑब्जेक्ट यही है कि बच्चे अच्छी जगह पहुँच सकन। तो मैंने लगा कि उन्होंने इन्ना एफर्ट किया, थोड़ा जिहा एफर्ट अगर मैं भी करा तो आई कैन डू समथिंग। और मैनू अज सब तो ज़्यादा खुशी इस करके है कि मेरे माँ बाप मेरी वजह ਨਾਲ खुश है। सो दैट इज़ द मेन सोर्स ऑफ इंस्पिरेशन। ਬਿਲਕੁਲ। ਸੋ ਇੱਥੇ ਆਪਾਂ ਗੱਲਬਾਤ ਕਰ ਲੈਂਦੇ ਹਾਂ। ਡਿਊਟੀ ਤੁਸੀਂ ਜੁਆਇਨ ਕਰਨੀ ਹੈ, ਕਿਹੜੇ ਏਰੀਆ ਦੇ ਵਿੱਚ ਤੁਸੀਂ ਐਜ਼ ਬਤੌਰ ਜੱਜ ਹੁਣ ਸੇਵਾ ਨਿਭਾਓਗੇ? ਮੈਮ ਇਹ ਆਨਰੇਬਲ ਜਿਹੜੇ ਹਾਈ ਕੋਰਟ ਵਿੱਚ ਸਾਡੀ ਆਉਂਦੀ ਜੀ ਪੋਸਟਿੰਗ ਆਰਡਰਸ, ਜਿਹਦੇ ਬਾਰੇ ਹਲੇ ਕੋਈ ਕਲੈਰਿਟੀ ਨਹੀਂ ਹੈ। ਹਾਂ ਇੱਕ ਗੱਲ ਸਰਟਨ ਹੈ ਕਿ ਪੰਜਾਬ ਦੇ ਵਿੱਚ ਹੀ ਕਿਤੇ ਵੀ ਬਦਲੀ ਹੋਏਗੀ ਔਰ ਜਿੱਥੇ ਵੀ ਹੋਏਗੀ ਉੱਥੇ ਕੋਸ਼ਿਸ਼ ਕੀਤੀ ਜਾਏਗੀ ਅੱਛਾ ਕੰਮ ਕੀਤਾ ਜਾਵੇ। ਇਹ ਹਲੇ ਇਸ ਪੁਆਇੰਟ 'ਤੇ ਕਲੈਰਿਟੀ ਨਹੀਂ ਹੈ ਜੀ। ਸੋ ਐਜ਼ ਅ ਵਕੀਲ ਤਾਂ ਤੁਸੀਂ ਆਪਣਾ ਪ੍ਰੋਫੈਸ਼ਨ ਜਿਹੜਾ ਕਾਫੀ ਟਾਈਮ ਤੋਂ ਹੀ ਮਤਲਬ ਕਰ ਰਹੇ ਸੀ, ਲੱਗਦਾ ਤੁਹਾਨੂੰ ਕਿ ਐਜ਼ ਅ ਜੱਜ ਕੋਈ ਨਵੇਂ ਚੈਲੰਜਸ ਤੁਹਾਨੂੰ ਫੇਸ ਕਰਨੇ ਪੈ ਸਕਦੇ ਆ? ਵੈਸੇ ਤਾਂ ਬਾਰ ਐਂਡ ਬੈਂਚ ਕਹਿੰਦੇ ਆ ਜੀ, ਵਕੀਲ ਸਾਹਿਬਾਨ ਜੱਜ ਸਾਹਿਬਾਨ ਦਾ ਆਪਸੀ ਇੱਕ ਬੜਾ ਅੱਛਾ ਲਿੰਕ ਹੁੰਦਾ। ਦੋਨਾਂ ਹੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ। ਜੁਡੀਸ਼ਰੀ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਅਲਟੀਮੇਟਲੀ ਡਿਸੀਜਨ ਦੇਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਜੁਡੀਸ਼ੀਅਲ ਅਫਸਰ 'ਤੇ ਆ ਜਾਂਦੀ ਹੈ। ਵਕੀਲ ਸਾਹਿਬਾਨ ਨੇ ਆਪਣਾ ਕੇਸ ਪ੍ਰੈਜ਼ੈਂਟ ਕਰਨਾ, ਲੇਕਿਨ ਦੋਨਾਂ ਧਿਰਾਂ ਨੂੰ ਸੁਣ ਕੇ ਇੱਕ ਧਿਰ ਦੇ ਹੱਕ 'ਚ ਫੈਸਲਾ ਕਰਨਾ ਔਰ ਇੱਕ ਦੇ ਵਿਰੋਧ 'ਚ ਫੈਸਲਾ ਕਰਨਾ, ਇਹ ਬਹੁਤ ਇੱਕ ਚੈਲੰਜ ਹੋ ਜਾਂਦਾ। ਬਟ ਇਹਦੇ 'ਚ ਇਹ ਹੁੰਦਾ ਹੈ ਕਿ ਕਦੀ ਕਦੀ ਮੈਨੂੰ ਲੱਗਦਾ ਹੈ ਕਿ ਜੇ ਲਾਅ ਤਾਂ ਹੈ ਹੀ ਹੈ, ਲੇਕਿਨ ਤੁਹਾਡਾ ਦਿਲ ਔਰ ਈਸ਼ਵਰ ਵੀ ਤੁਹਾਨੂੰ ਆਵਾਜ਼ ਦੇ ਦਿੰਦਾ ਕੀ ਸਹੀ ਹੈ ਕੀ ਗਲਤ ਹੈ। ਤਾਂ ਇਹੀ ਵਿਸ਼ਵਾਸ ਹੈ ਕਿ ਈਸ਼ਵਰ ਹਰ ਜਗ੍ਹਾ ਸਾਥ ਦੇਗਾ ਔਰ ਅੱਛੇ ਫੈਸਲੇ ਮੈਂ ਕਰ ਸਕਾਂ ਜੀ। ਸੋ ਬਤੌਰ ਤੁਸੀਂ ਸਰਕਾਰੀ ਵਕੀਲ ਆਪਣੀਆਂ ਸੇਵਾਵਾਂ ਨਿਭਾਈਆਂ, ਇਨ ਬਿਟਵੀਨ ਕੋਈ ਇਹੋ ਜਿਹਾ ਇੰਸੀਡੈਂਟ ਜਿਹੜਾ ਤੁਸੀਂ ਸਾਨੂੰ ਸ਼ੇਅਰ ਕਰਨਾ ਚਾਹੋ, ਕਿਸੇ ਦੀ ਹੈਲਪ ਕੀਤੀ ਹੋਵੇ ਜਾਂ ਕਦੀ ਤੁਹਾਨੂੰ ਕੁਝ ਲੱਗਾ ਹੋਵੇ ਕਿ ਉਹ ਬਹੁਤ ਹੀ ਵਧੀਆ ਗਿਆ ਤੁਹਾਡੇ ਲਈ? ਇੱਦਾਂ ਦੇ ਕੁਛ ਇੰਸੀਡੈਂਟਸ ਹੈਗੇ ਆ, ਬਟ ਜਿਹੜੀ ਕੋਰਟ ਪ੍ਰੋਸੀਡਿੰਗਸ ਹੈ ਇਟ ਇਜ਼ ਬੈਸਟ ਟੂ ਬੀ ਕੈਪਟ ਸੀਕ੍ਰੇਟ। ਸੋ ਇਹਦੇ ਲਈ ਮੈਂ ਤੁਹਾਨੂੰ ਮਾਫੀ ਚਾਹੂੰਗਾ। ਆਈ ਵਿਲ ਨਾਟ ਬੀ ਏਬਲ ਟੂ ਗਿਵ ਐਨੀ ਸੱਚ ਇੰਸਟੈਂਸ। ਬਟ ਹਾਂ ਬਹੁਤ ਅੱਛਾ ਐਕਸਪੀਰੀਅੰਸ ਸੀਗਾ, ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਕਈ ਜਗ੍ਹਾ ਲੋਕਾਂ ਦੀ ਹੈਲਪ ਜਦੋਂ ਕੀਤੀ ਤਾਂ ਮਨ ਨੂੰ ਬੜੀ ਤਸੱਲੀ ਮਿਲੀ ਕਿ ਹਾਂ ਪੜ੍ਹਾਈ ਦਾ ਬੈਨੀਫਿਟ ਹੋਇਆ। ਬਸ ਇਹੀ ਕੁਝ ਕੀਤਾ ਔਰ ਅੱਛਾ ਲੱਗਾ। ਬਿਲਕੁਲ। ਸੋ ਕਿਵੇਂ ਦਾ ਲੱਗਦਾ ਕਿ ਜਦੋਂ ਇਹ ਮਤਲਬ ਤੁਸੀਂ ਆਪਣੀ ਫੈਮਿਲੀ 'ਚ ਬਹਿੰਦੇ ਹੋ, ਸਾਰੇ ਜੱਜ ਇਕੱਠੇ ਬੈਠ ਕੇ ਜਦੋਂ ਤੁਸੀਂ ਖਾਣਾ ਖਾਂਦੇ ਹੋ ਜਾਂ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਦੇ ਹੋ, ਫੀਲਿੰਗਸ ਕਿਹੋ ਜਿਹੀਆਂ ਹੁੰਦੀਆਂ ਨੇ? ਕਈ ਵਾਰੀ ਤਾਂ ਜਿਹੜੀ ਡਿਸਕਸ਼ਨ ਹੈ ਬਹੁਤ ਡਿਬੇਟ ਤੋਂ ਵੀ ਅਗਲੇ ਲੈਵਲ 'ਤੇ ਚਲੀ ਜਾਂਦੀ, ਬਿਕੋਜ਼ ਹਰ ਬੰਦਾ ਹੀ ਆਪਣੀ ਆਪਣੀ ਸਾਈਡ 'ਤੇ ਬੜਾ ਪਰਫੈਕਟ ਹੈ। ਬਟ ਇਹਦਾ ਇੱਕ ਬਹੁਤ ਵੱਡਾ ਮੈਂ ਸੋਚਦਾ ਬੈਨੀਫਿਟ ਹੈ ਕਿ ਆਫਟਰ ਡਿਸਕਸ਼ਨ ਨਾ ਇੱਕ ਰਿਜ਼ਲਟ ਨਿਕਲ ਆਉਂਦਾ ਔਰ ਪੋਜ਼ੀਟਿਵ ਚੀਜ਼ ਡਿਸਕਸ਼ਨ 'ਚੋਂ ਹੀ ਨਿਕਲਦੀ ਹੈ। ਵੱਖ-ਵੱਖ ਵਿਚਾਰ ਜਦੋਂ ਸੁਣਦੇ ਹੋ ਤਾਂ ਤੁਹਾਡੀ ਨੌਲੇਜ ਪੋਲਿਸ਼ ਹੁੰਦੀ ਜਾਂਦੀ ਹੈ। ਤਾਂ ਇਹ ਜ਼ਰੂਰ ਬੈਨੀਫਿਟ ਹੈ ਕਿ ਆਪਣੀ ਫੈਮਿਲੀ 'ਚ ਇੰਨੀ ਡਿਸਕਸ਼ਨ ਹੋ ਜਾਂਦੀ ਹੈ ਕਿ ਸਾਰਿਆਂ ਨੂੰ ਇੱਕ ਦੂਜੇ ਤੋਂ ਬੈਨੀਫਿਟ ਮਿਲ ਜਾਂਦਾ ਹੈ। ਸੋ ਕੇਸ਼ਵ ਜੀ, ਆਪਾਂ ਥੋੜ੍ਹੀ ਜਿਹੀ ਕਰੰਟ ਸਿਨੈਰੀਓ ਬਾਰੇ ਗੱਲਬਾਤ ਕਰ ਲਈਏ। ਹੁਣ ਜਿਵੇਂ ਦੇਸ਼ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਦਿੱਲੀ ਦੇ ਵਿੱਚ ਸਰਗਰਮ ਹੈ ਹੈ ਨਾ, ਕਿਸਾਨੀ ਅੰਦੋਲਨ ਕਿਵੇਂ ਲੈ ਕੇ ਚੱਲਦੇ ਹੋ ਇਸ ਚੀਜ਼ ਨੂੰ? ਮੈਂ ਓਨੈਸਟਲੀ ਇਹ ਪੂਰੇ ਲਾਜ਼ ਦੇ ਹਰੇ ਮੈਂ ਪੜ੍ਹੇ ਨਹੀਂ ਹੈ ਔਰ ਜਦ ਤੱਕ ਮੈਂ ਡਰਾਫਟ ਨਹੀਂ ਪੜ੍ਹਿਆ ਆਈ ਥਿੰਕ ਇਟ ਇਜ਼ ਨਾਟ ਗੁੱਡ that I should comment before reading such drafts. But जो भी है amicably settle होवे, I can only pray for the well-being. जो protest भी कर रहे हैं और जो government भी है, they should sit together and amicably settle the matter. That is all I can say. ਸੋ ਇਸ ਵੇਲੇ ਸਾਡੇ ਨਾਲ ਸੀਨੀਅਰ ਐਡਵੋਕੇਟ ਜੀ.ਕੇ. ਅਗਨੀਹੋਤਰੀ ਜੀ ਤੇ ਉਹਨਾਂ ਦੇ ਵਾਈਫ ਮੌਜੂਦ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸੋ ਸਰ, ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਕਿ ਕੇਸ਼ਵ ਸਰ ਜਿਹੜੇ ਨੇ ਉਹ ਜੱਜ ਬਣ ਗਏ ਨੇ। ਥੈਂਕ ਯੂ ਵੈਰੀ ਮੱਚ। ਸੋ
ਸਰ ਇੱਕ ਕੁਐਸਚਨ ਕਰਨਾ ਚਾਹੂੰਗੀ ਕਿ ਮੋਸਟਲੀ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਚਾਹੁੰਦੇ ਨਹੀਂ ਆ ਕਿ ਜਿਸ ਪ੍ਰੋਫੈਸ਼ਨ 'ਚ ਅਸੀਂ ਆ ਸਾਡੇ ਬੱਚੇ ਵੀ ਉਸੇ ਪ੍ਰੋਫੈਸ਼ਨ 'ਚ ਜਾਣ। ਸੋ ਕੀ ਇਹੋ ਜਿਹਾ ਮੁੱਖ ਕਾਰਨ ਸੀਗਾ ਕਿ ਤੁਸੀਂ ਸਰ ਹੁਣਾਂ ਨੂੰ ਵੀ ਪ੍ਰੇਰਿਤ ਕਰਤਾ, ਕਿਉਂਕਿ ਤੁਹਾਡੇ 3 ਬੱਚੇ ਜਿਹੜੇ ਆ ਆਲਰੇਡੀ ਜੱਜ ਸੀਗੇ, ਜਿਵੇਂ ਕੇਸ਼ਵ ਸਰ ਦੇ ਵਾਈਫ ਵੀ ਜੱਜ ਆ, ਠੀਕ ਹੈ, ਹੁਣ ਕੇਸ਼ਵ ਸਰ ਵੀ ਬਣ ਗਿਆ। ਮਹਿਸੂਸ ਕਿੱਦਾਂ ਦਾ ਹੋ ਰਿਹਾ ਕਿ ਕੀ ਕਾਰਨ ਸੀ ਤੁਸੀਂ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਪਾਇਆ? मैं समझदा भी जे अच्छा प्रोफैशन है तो उस प्रोफैशन च रहना बहुत अच्छी गल है। इसी करके मैं समझदा सी कि पेरेंट ने सही वास्ते पाया भी तुसी इस लाइन दे विच पै जाओ। लेकिन इस तो भी बड़ी गल है कि बच्चों का अपना इस लाइन च इंटरस्ट सब तो भी वध हो गया। उन्होंने इस करके किया कि बच्चों का इंटरस्ट ना वो छड्ड सकते हैं जी, क्योंकि मैनू नहीं चिंता सोच है उन्होंनी, लेकिन बच्चों का अपना इंटरस्ट सारिਆਂ ਦਾ होया भी इहदे विच जिहड़ी ला दे विच जे आपां वैसे भी कहे ये भी कहा जाता कि ला इज़ फन, ਵੀ ਉਹਦੇ ਵਿੱਚ ਆਦਮੀ ਨਵੀਆਂ ਚੀਜ਼ਾਂ ਸਿੱਖਦਾ, ਇਸ ਕਰਕੇ ਬੱਚੇ ਇਸ ਲਾਈਨ ਦੇ ਵਿੱਚ ਆਏ ਜੀ। ਸੋ ਇੱਧਰ ਸਾਡੇ ਨਾਲ ਕੇਸ਼ਵ ਜੀ ਦੇ ਮਾਤਾ ਜੀ ਵੀ ਮੌਜੂਦ ਨੇ। ਮੈਮ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਹੈ? ਕਹਿੰਦੇ ਕਿ ਇੱਕ ਮਾਂ-ਬਾਪ ਦੀ ਸਪੋਰਟ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਬੱਚੇ ਲਈ, ਕਿਵੇਂ ਦੀ ਸਪੋਰਟ ਰਹੀ ਹੈ ਤੁਹਾਡੀ? ਮੈਂ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਨਾ ਜੀ ਘਰ ਹੀ ਮਤਲਬ ਟਿਊਸ਼ਨ ਵਗੈਰਾ ਕਦੀ ਨਹੀਂ ਸੀ ਰੱਖ ਕੇ ਦਿੰਦੀ, ਘਰ ਖੁਦ ਹੀ ਮੈਂ ਉਹਨਾਂ ਨੂੰ ਐਜੂਕੇਟ ਕਰਦੀ ਸੀਗੀ ਜੀ। ਔਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਸਕੂਲਿੰਗ ਵੀ। ਫਿਰ ਉਸ ਤੋਂ ਬਾਅਦ ਜਦੋਂ ਲਾਅ ਫੀਲਡ ਵਿੱਚ ਆਏ ਨੇ ਤੇ ਫਿਰ ਇਹਦੇ ਪਾਪਾ ਕਿਉਂਕਿ ਉਹ ਸੀਨੀਅਰ ਲਾਇਰ ਨੇ ਤੇ ਉਹਨਾਂ ਨੇ ਖੁਦ ਵੀ ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ, ਔਰ ਬੱਚੇ ਜਿਹੜੇ ਸੀ ਖੁਦ ਵੀ ਆਪਣੇ ਆਪ ਵੀ ਹਾਰਡ ਵਰਕਰ ਸੀਗੇ ਜੀ। ਸੋ ਇਸ ਤਰ੍ਹਾਂ ਹੀ ਸਿਲਸਿਲਾ ਜਿਹੜਾ ਉਹ ਅੱਗੇ ਵੱਧਦਾ ਗਿਆ ਜੀ। ਸੋ ਤੁਹਾਡੀ ਫੈਮਿਲੀ ਦੇ ਵਿੱਚ ਹੁਣ 4 ਜੱਜ ਕੰਪਲੀਟ ਹੋ ਚੁੱਕੇ ਨੇ। ਸੋ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ, ਮਾਂ-ਬਾਪ ਜਿਹੜੇ ਤੁਹਾਨੂੰ ਸੁਣ ਰਹੇ ਨੇ, ਵੇਖ ਰਹੇ ਨੇ? ਮੈਂ ਸਮਝਦਾ ਕਿ ਨਵੀਂ ਜਨਰੇਸ਼ਨ ਨੂੰ ਹਰੇਕ ਬੱਚਿਆਂ ਨੂੰ ਆਪਣੇ ਮਾਂ-ਬਾਪ ਦਾ ਕਹਾ ਮੰਨਣਾ ਚਾਹੀਦਾ। ਮਾਂ-ਬਾਪ ਜਿਹੜੇ कदे भी बच्चों को गलत रास्ते नहीं पाते। माँ बाप की कोशिश होंगी कि मेरा बच्चा अच्छा बने, क्योंकि माँ बाप वास्ते अगर औलाद अच्छी है, बच्चे अच्छे है, ये सब तो बड़ा प्राउड है। और इस तो भी बड़ी गल है कि बच्चे आप बहुत अच्छे हों तो माँ बाप को उस तो भी दुगनी खुशी होती है। मैं तो सब यही रिक्वेस्ट करांगा कि जो पेरेंट्स कहते हैं उन्होंने मुताबिक काम करना चाहिए, उन्होंने कहे के मुताबिक चल के, और उसका इन दी लॉन्ग रन फायदा ही होंदा, क्योंकि उन्होंने वास्ट एक्सपीरियंस होंदा उस लाइन दे विच हरेक काम दे विच। जे बच्चों को शिक्षा भी देंगे, दूजी च उन्होंने अच्छी चीज़ कहनी, और उन्होंने ऑब्जेक्ट होंदा कि साडा बच्चा अच्छा बने, और बच्चे की अच्छाई वास्ते कहते हैं। तो मेरी तो सब नूं यही रिक्वेस्ट है, यही सुजैशन भी है कि बच्चों को अपने माँ बाप दे कहे चलना, कि क्योंकि जो माँ बाप है वो बच्चों को अच्छे रास्ते पाएंगे। सो लो जी, हुणे तुसीं देखिया असीं अज तुहानूं मिलवाया कि इहो जी फैमिली दे नाल जिहदे 4 जिहड़े मैंबर ने वो जज बन चुके ने। सो अपने सुपनिਆਂ ਨੂੰ पूरे करन दे लई जिथे माँ बाप की सपोर्ट बहुत ज़्यादा जरूरी होंदी है, उत्थे ही जरूरत होंदी है कड़ी मेहनत की, क्योंकि मेहनत कीते बगैर कुछ भी नहीं मिलता। सो मेहनत करके तुसीं भी अपने सुपने इसे तरीके नाल साकार कर सकते हो। सो इहो जिहियां होर बहुत सारियां उगियां शख्सियतां नूं तुहाडे नाल मिलवांदे रहांगे। तद तक लई जुड़े रहो पंजाबी बुलेटिन दे नाल। कैमरामैन विजय दे नाल मैं मनप्रीत कौर, जलंधर।